ਸਤਿ ਸ੍ਰੀ ਅਕਾਲ ਜੀ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਆਪਾਂ ਸਿੱਖ ਇਤਿਹਾਸ ਦੀ ਇੱਕ ਬਹੁਤ ਹੀ ਕਮਾਲ ਦੀ ਕਹਾਣੀ ਤੇ ਗੱਲ ਕਰਾਂਗੇ, ਜੰਮ ਮਾਰਗ ਦੀ ਸਾਖੀ। ਦੇਖੋ, ਇਹ ਕੋਈ ਪੁਰਾਣੇ ਜ਼ਮਾਨੇ ਦੀ ਆਮ ਕਹਾਣੀ ਨਹੀਂ ਹੈ। ਅੱਜ ਦੇ ਦੌਰ ਵਿੱਚ ਜਿੱਥੇ ਆਪਾਂ ਸਾਰੇ ਆਪਣੇ ਕੈਰੀਅਰ, ਪ੍ਰਮੋਸ਼ਨਾਂ ਅਤੇ ਬੈਂਕ ਬੈਲੈਂਸ ਪਿੱਛੇ ਭੱਜ ਰਹੇ ਹਾਂ, ਇਹ ਸਾਖੀ ਸਾਨੂੰ ਰੁਕ ਕੇ ਸੋਚਣ ਲਈ ਮਜਬੂਰ ਕਰਦੀ ਹੈ। ਖਾਸ ਕਰਕੇ ਸਾਡੇ ਵਰਗੇ ਨੌਜਵਾਨ ਪ੍ਰੋਫੈਸ਼ਨਲਜ਼ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸਲ ਕਮਾਈ ਕੀ ਹੈ। ਜ਼ਰਾ ਸੋਚੋ, ਦਿਨ ਰਾਤ ਮਿਹਨਤ ਕਰਕੇ ਜੋ ਸਾਰੀ ਉਮਰ ਦੀ ਦੌਲਤ ਇਕੱਠੀ ਕੀਤੀ ਹੈ, ਜਦੋਂ ਉਹ ਇੱਥੇ ਹੀ ਪਿੱਛੇ ਰਹਿ ਜਾਵੇਗੀ ਤਾਂ ਕੀ ਹੋਵੇਗਾ? ਇਹ ਬਹੁਤ ਵੱਡਾ ਸਵਾਲ ਹੈ। ਆਪਾਂ ਸਟਾਕ ਮਾਰਕੀਟ, ਕਾਰਪੋਰੇਟ ਟਾਰਗੇਟ ਅਤੇ ਪੈਕੇਜ ਵਧਾਉਣ ਤੇ ਤਾਂ ਬਹੁਤ ਜ਼ੋਰ ਦਿੰਦੇ ਹਾਂ, ਪਰ ਇਹ ਸਾਖੀ ਇੱਕ ਅਜਿਹੇ ਅਮੀਰ ਆਦਮੀ ਦੀ ਜ਼ਮੀਨੀ ਹਕੀਕਤ ਦਿਖਾਉਂਦੀ ਹੈ, ਜਿਸ ਦਾ ਜਦੋਂ ਧਰਤੀ ਤੇ ਸਮਾਂ ਮੁੱਕਿਆ ਤਾਂ ਸਾਰਾ ਬੈਂਕ ਬੈਲੈਂਸ, ਸਾਰੀਆਂ ਪ੍ਰਾਪਤੀਆਂ ਤਰੀਆਂ-ਤਰਾਈਆਂ ਰਹਿ ਗਈਆਂ। ਨਾਲ ਕੀ ਗਿਆ? ਆਓ ਦੇਖਦੇ ਹਾਂ। ਭਾਗ ਪਹਿਲਾ, ਹੰਕਾਰੀ ਧਨਵਾਨ। ਬਾਹਰੋਂ ਚਮਕ-ਦਮਕ ਪਰ ਅੰਦਰੋਂ ਬਿਲਕੁਲ ਹਨੇਰਾ। ਗੱਲ ਇੱਕ ਬਹੁਤ ਹੀ ਅਮੀਰ ਆਦਮੀ ਤੋਂ ਸ਼ੁਰੂ ਹੁੰਦੀ ਹੈ। ਬਾਹਰੋਂ ਦੇਖਣ ਨੂੰ ਉਸ ਦਾ ਜੀਵਨ ਬਹੁਤ ਸ਼ਾਨਦਾਰ ਸੀ, ਜਿਵੇਂ ਅੱਜਕੱਲ ਕਿਸੇ ਦਾ ਲਿੰਕਡਇਨ ਪ੍ਰੋਫਾਈਲ ਬਹੁਤ ਤਕੜਾ ਹੋਵੇ ਨਾ, ਬਿਲਕੁਲ ਉਵੇਂ ਹੀ ਸਮਾਜ ਵਿੱਚ ਉਸਦੀ ਪੂਰੀ ਵਾਹ-ਵਾਹ ਸੀ। ਪਰ ਅਸਲੀਅਤ ਕੁਝ ਔਰ ਹੀ ਸੀ। ਉਸਦੇ ਅੰਦਰ ਦਇਆ ਜਾਂ ਹਮਦਰਦੀ ਨਾਂ ਦੀ ਕੋਈ ਚੀਜ਼ ਨਹੀਂ ਸੀ, ਬਸ ਲਾਲਚ ਹੀ ਲਾਲਚ ਸੀ। ਭੁੱਖੇ ਅਤੇ ਗਰੀਬ ਲੋਕਾਂ ਨੂੰ ਉਹ ਆਪਣੇ ਦਰਵਾਜ਼ੇ ਤੋਂ ਧੱਕੇ ਮਾਰ ਕੇ ਕੱਢ ਦਿੰਦਾ ਸੀ। ਇਹ ਬਾਹਰੀ ਸਫਲਤਾ ਅਤੇ ਅੰਦਰੂਨੀ ਗਰੀਬੀ ਦਾ ਬਹੁਤ ਹੀ ਸਾਫ਼ ਵਿਰੋਧਾਭਾਸ ਹੈ। ਫਿਰ ਇੱਕ ਦਿਨ ਇੱਕ ਬਜ਼ੁਰਗ ਸਾਧੂ ਉਸਦੇ ਦਰਵਾਜ਼ੇ ਤੇ ਆਇਆ, ਕੁਝ ਖਾਣ ਲਈ ਮੰਗਿਆ। ਜਦੋਂ ਉਸ ਅਮੀਰ ਬੰਦੇ ਨੇ ਬੜੇ ਹੰਕਾਰ ਨਾਲ ਇਨਕਾਰ ਕਰ ਦਿੱਤਾ ਤਾਂ ਸਾਧੂ ਨੇ ਇੱਕ ਬੜੀ ਡੂੰਗੀ ਗੱਲ ਕਹੀ, ਇਹ ਮਾਇਆ ਇੱਥੇ ਹੀ ਰਹਿ ਜਾਵੇਗੀ, ਨਾਲ ਕੁਝ ਨਹੀਂ ਜਾਣਾ। ਅਸਲ ਵਿੱਚ ਸਾਧੂ ਸਮਝਾ ਰਿਹਾ ਸੀ ਕਿ ਜਿਸ ਮਾਇਆ, ਜਿਸ ਪੈਸੇ ਪਿੱਛੇ ਉਹ ਇਨਸਾਨੀਅਤ ਭੁੱਲ ਬੈਠਾ ਹੈ, ਉਹ ਸਿਰਫ ਇੱਕ ਭਰਮ ਹੈ। ਅੱਜ ਦੇ ਕਾਰਪੋਰੇਟ ਕਲਚਰ ਲਈ ਵੀ ਇਹ ਇੱਕ ਸਿੱਧੀ ਚੇਤਾਵਨੀ ਹੈ। ਪਰ ਹੰਕਾਰ ਵਿੱਚ ਅੰਨੇ ਹੋ ਚੁੱਕੇ ਉਸ ਬੰਦੇ ਨੇ ਇਸ ਚੇਤਾਵਨੀ ਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ। ਉਸ ਨੂੰ ਲੱਗਦਾ ਸੀ ਕਿ ਮੇਰਾ ਪੈਸਾ ਮੇਰੀ ਤਾਕਤ ਹੈ। ਉਸ ਨੇ ਆਪਣੀ ਕਮਾਈ ਦਾ ਇੱਕ ਪੈਸਾ ਵੀ ਕਿਸੇ ਨਾਲ ਸਾਂਝਾ ਨਹੀਂ ਕੀਤਾ। ਉਹ ਇਸ ਭਰਮ ਵਿੱਚ ਸੀ ਕਿ ਇਹ ਸਭ ਕੁਝ ਹਮੇਸ਼ਾ ਰਹੇਗਾ। ਉਸ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਜ਼ਿੰਦਗੀ ਦੀ ਰੇਤ ਮੁੱਠੀ ਵਿੱਚੋਂ ਕਿੰਨੀ ਤੇਜ਼ੀ ਨਾਲ ਗਿਰ ਰਹੀ ਹੈ। ਭਾਗ ਦੂਜਾ, ਜੰਮ ਮਾਰਗ ਯਾਨੀ ਮੌਤ ਤੋਂ ਬਾਅਦ ਦਾ ਰਸਤਾ। ਹੋਇਆ ਕੀ ਕਿ ਕੁਝ ਸਮੇਂ ਬਾਅਦ ਹੀ ਉਹ ਅਮੀਰ ਬੰਦਾ ਬਿਮਾਰ ਪੈ ਗਿਆ। ਸਾਰਾ ਪੈਸਾ, ਸਭ ਤੋਂ ਮਹਿੰਗੇ ਇਲਾਜ, ਕੁਝ ਕੰਮ ਨਾ ਆਇਆ। ਮੌਤ ਤੋਂ ਬਾਅਦ ਜਦੋਂ ਉਸਦੀ ਆਤਮਾ ਦਾ ਸਾਹਮਣਾ ਮੌਤ ਦੇ ਦੂਤਾਂ ਯਾਨੀ ਜਮਦੂਤਾਂ ਨਾਲ ਹੋਇਆ ਤਾਂ ਉਹ ਉਸਨੂੰ ਜੰਮ ਮਾਰਗ ਤੇ ਲੈ ਗਏ। ਹੁਣ ਇਹ ਰਸਤਾ ਕੋਈ ਆਮ ਰਸਤਾ ਨਹੀਂ ਸੀ। ਅੱਗ ਦੇ ਬਲਦੇ ਦਰਿਆ, ਸੰਘਣੇ ਕੰਡਿਆਲੇ ਜੰਗਲ ਅਤੇ ਡੂੰਘੀਆਂ ਡਰਾਉਣੀਆਂ ਖੱਡਾਂ। ਇਹ ਸਭ ਕੁਝ ਕੋਈ ਇਤਫਾਕ ਨਹੀਂ ਸੀ। ਇਹ ਸਿੱਧਾ ਨਤੀਜਾ ਸੀ ਉਸਦੀ ਜ਼ਿੰਦਗੀ ਵਿੱਚ ਕੀਤੀ ਬੇਰਹਿਮੀ ਅਤੇ ਲਾਲਚ ਦਾ। ਜੋ ਦੁੱਖ ਉਸਨੇ ਦੂਜਿਆਂ ਨੂੰ ਦਿੱਤਾ ਸੀ, ਉਹ ਹੁਣ ਉਸਦੇ ਆਪਣੇ ਸਾਹਮਣੇ ਆ ਖੜਾ ਸੀ। ਪਰ ਕਹਾਣੀ ਵਿੱਚ ਇੱਥੇ ਇੱਕ ਬੜਾ ਹੈਰਾਨ ਕਰਨ ਵਾਲਾ ਮੋੜ ਆਉਂਦਾ ਹੈ। ਇਸ ਭਿਆਨਕ ਤੜਫ ਦੇ ਵਿਚਕਾਰ ਅਚਾਨਕ ਉਸਦੀ ਆਤਮਾ ਨੂੰ ਇੱਕ ਛੋਟੇ ਜਿਹੇ ਦਰਖਤ ਦੀ ਠੰਡੀ ਛਾਂ ਮਿਲ ਗਈ। ਹੁਣ ਸੋਚਣ ਵਾਲੀ ਗੱਲ ਹੈ, ਇੰਨੇ ਭਿਆਨਕ ਅਤੇ ਤਕਲੀਫ ਵਾਲੇ ਰਸਤੇ ਵਿੱਚ ਅਚਾਨਕ ਇਹ ਰਾਹਤ ਕਿਵੇਂ? ਇਹ ਠੰਡਕ ਕਿੱਥੋਂ ਆਈ? ਇਸ ਦੇ ਪਿੱਛੇ ਇੱਕ ਬਹੁਤ ਹੀ ਡੂੰਘਾ ਅਧਿਆਤਮਿਕ ਨਿਯਮ ਕੰਮ ਕਰ ਰਿਹਾ ਸੀ। ਉਹ ਨਿਯਮ ਸੀ ਕਰਮ ਦਾ ਸਿਧਾਂਤ। ਜਮਦੂਤਾਂ ਨੇ ਉਸ ਨੂੰ ਦੱਸਿਆ ਕਿ ਇਹ ਕੁਝ ਪਲਾਂ ਦੀ ਛਾਂ ਉਸਦੀ ਜ਼ਿੰਦਗੀ ਦੇ ਸਿਰਫ ਇੱਕ ਛੋਟੇ ਜਿਹੇ ਚੰਗੇ ਕੰਮ ਦਾ ਨਤੀਜਾ ਹੈ। ਕਦੇ ਅਣਜਾਣੇ ਵਿੱਚ ਹੀ ਸਹੀ, ਉਸਨੇ ਇੱਕ ਪਿਆਸੇ ਨੂੰ ਪਾਣੀ ਪਿਲਾ ਦਿੱਤਾ ਸੀ। ਕਰਮ ਦਾ ਸਿੱਧਾ ਜਿਹਾ ਮਤਲਬ ਹੈ ਕਿ ਕੋਈ ਵੀ ਕੰਮ ਕਦੇ ਵਿਅਰਥ ਨਹੀਂ ਜਾਂਦਾ। ਇਹੀ ਗੱਲ ਸਾਡੇ ਕੰਮ ਵਾਲੀ ਥਾਂ ਤੇ ਵੀ ਲਾਗੂ ਹੁੰਦੀ ਹੈ। ਆਪਾਂ ਦਫ਼ਤਰ ਵਿੱਚ ਕਿਸੇ ਜੂਨੀਅਰ ਦੀ ਥੋੜੀ ਜਿਹੀ ਮਦਦ ਕਰ ਦਿੰਨੇ ਹਾਂ ਜਾਂ ਕਿਸੇ ਨਾਲ ਪਿਆਰ ਨਾਲ ਬੋਲ ਲੈਂਦੇ ਹਾਂ ਤਾਂ ਇਹ ਛੋਟੀਆਂ-ਛੋਟੀਆਂ ਗੱਲਾਂ ਅੱਗੇ ਜਾ ਕੇ ਬਹੁਤ ਵੱਡਾ ਅਸਰ ਪਾਉਂਦੀਆਂ ਹਨ। ਭਾਗ ਤੀਜਾ, ਧਰਮਰਾਜ ਦਾ ਦਰਬਾਰ, ਜਿੱਥੇ ਕਰਮਾਂ ਦਾ ਅੰਤਿਮ ਫੈਸਲਾ ਹੁੰਦਾ ਹੈ। ਇਹ ਜਾਣ ਕੇ ਆਤਮਾ ਨੂੰ ਬਹੁਤ ਜ਼ਿਆਦਾ ਪਛਤਾਵਾ ਹੋਇਆ ਕਿ ਕਾਸ਼ ਜ਼ਿੰਦਗੀ ਵਿੱਚ ਕੁਝ ਹੋਰ ਚੰਗੇ ਕੰਮ ਕੀਤੇ ਹੁੰਦੇ। ਖੈਰ, ਯਾਤਰਾ ਖਤਮ ਹੋਈ ਧਰਮਰਾਜ ਦੇ ਦਰਬਾਰ ਵਿੱਚ ਜਾ ਕੇ। ਉੱਥੇ ਪੂਰੀ ਜ਼ਿੰਦਗੀ ਦਾ ਹਿਸਾਬ-ਕਿਤਾਬ ਹੋਇਆ। ਤਕੜੀ ਦੇ ਇੱਕ ਪਾਸੇ ਰੱਖਿਆ ਗਿਆ ਉਸਦਾ ਸਾਰੀ ਉਮਰ ਦਾ ਹੰਕਾਰ, ਬੇਰਹਿਮੀ ਅਤੇ ਲਾਲਚ, ਜਿਸ ਦਾ ਭਾਰ ਬਹੁਤ ਹੀ ਜ਼ਿਆਦਾ ਸੀ, ਤੇ ਦੂਜੇ ਪਾਸੇ ਉਹ ਇੱਕੋ ਇੱਕ ਛੋਟਾ ਜਿਹਾ ਚੰਗਾ ਕੰਮ, ਕਿਸੇ ਨੂੰ ਪਾਣੀ ਪਿਲਾਣਾ। ਨਤੀਜਾ ਬਿਲਕੁਲ ਸਾਫ਼ ਸੀ, ਬੁਰੇ ਕਰਮਾਂ ਦਾ ਪੱਲਾ ਕਿਤੇ ਵੱਧ ਭਾਰੀ ਸੀ। ਇਹ ਹਿਸਾਬ ਦੇਖ ਕੇ ਆਤਮਾ ਬਿਲਕੁਲ ਟੁੱਟ ਗਈ, ਗਿੜਗਿੜਾਉਣ ਲੱਗੀ ਕਿ ਮੈਨੂੰ ਇੱਕ ਮੌਕਾ ਹੋਰ ਦੇ ਦਿਓ, ਮੈਂ ਹੁਣ ਚੰਗੇ ਕੰਮ ਕਰਾਂਗਾ। ਪਰ ਧਰਮਰਾਜ ਦਾ ਜਵਾਬ ਬਹੁਤ ਸਪਸ਼ਟ ਸੀ, ਤੈਨੂੰ ਮਨੁੱਖਾ ਜਨਮ ਮਿਲਿਆ ਸੀ, ਪਰ ਤੂੰ ਇਸ ਨੂੰ ਵਿਅਰਥ ਗੁਵਾ ਦਿੱਤਾ। ਹੁਣ ਕੋਈ ਦੂਜਾ ਮੌਕਾ ਨਹੀਂ ਮਿਲੇਗਾ।
ਆਪਾਂ ਵੀ ਅਕਸਰ ਸੋਚਦੇ ਆ ਨਾ ਕਿ ਯਾਰ ਰਿਟਾਇਰਮੈਂਟ ਤੋਂ ਬਾਅਦ ਸਮਾਜ ਸੇਵਾ ਕਰਾਂਗੇ, ਹਲੇ ਤਾਂ ਪੈਸਾ ਕਮਾਉਣ ਦਾ ਟਾਈਮ ਹੈ। ਪਰ ਇਹ ਫੈਸਲਾ ਚੇਤਾਵਨੀ ਦਿੰਦਾ ਹੈ ਕਿ ਜੋ ਸਮਾਂ ਹੈ ਉਹ ਅੱਜ ਅਤੇ ਹੁਣੀ ਹੈ। ਭਾਗ ਚੌਥਾ, ਗੁਰੂ ਨਾਨਕ ਦੇਵ ਜੀ ਦੇ 3 ਸੁਨਹਿਰੇ ਥੰਬ। ਇਸ ਡਰਾਉਣੇ ਤਜਰਬੇ ਤੋਂ ਬਚਣ ਦਾ ਰਸਤਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਮਿਲਦਾ ਹੈ। ਗੁਰੂ ਸਾਹਿਬ ਨੇ ਸੱਚੇ ਜੀਵਨ ਦੇ 3 ਥੰਬ ਦਿੱਤੇ ਹਨ, ਜੋ ਸਾਡੇ ਵਰਗੇ ਰੁੱਝੇ ਹੋਏ ਪ੍ਰੋਫੈਸ਼ਨਲਜ਼ ਲਈ ਅੱਜ ਵੀ ਬਿਲਕੁਲ ਪਰਫੈਕਟ ਹਨ। ਪਹਿਲਾ, ਨਾਮ ਜਪੋ, ਯਾਨੀ ਪਰਮਾਤਮਾ ਨੂੰ ਯਾਦ ਰੱਖਣਾ ਤਾਂ ਜੋ ਸਾਡੇ ਵਿੱਚ ਹੰਕਾਰ ਨਾ ਆਵੇ। ਦੂਜਾ, ਕਿਰਤ ਕਰੋ, ਭਾਵ ਇਮਾਨਦਾਰੀ ਦੀ ਕਮਾਈ। ਕਾਰਪੋਰੇਟ ਭਾਸ਼ਾ ਵਿੱਚ ਕਹੀਏ ਤਾਂ ਆਪਣੀ ਪ੍ਰਮੋਸ਼ਨ ਲਈ ਕਿਸੇ ਨਾਲ ਧੋਖਾ ਨਾ ਕਰਨਾ ਜਾਂ ਕਿਸੇ ਦੀ ਮਿਹਨਤ ਦਾ ਕ੍ਰੈਡਿਟ ਨਾ ਖਾਣਾ। ਅਤੇ ਤੀਜਾ ਤੇ ਸਭ ਤੋਂ ਅਹਿਮ, ਵੰਡ ਛਕੋ। ਇਸ ਦਾ ਮਤਲਬ ਸਿਰਫ ਪੈਸੇ ਦਾਨ ਕਰਨਾ ਨਹੀਂ ਹੈ। ਜੇਕਰ ਆਪਾਂ ਆਪਣੇ ਬਿਜ਼ੀ ਹਫ਼ਤੇ ਵਿੱਚੋਂ ਕੁਝ ਘੰਟੇ ਕੱਢ ਕੇ ਕਿਸੇ ਜੂਨੀਅਰ ਨੂੰ ਮੈਂਟਰ ਕਰਦੇ ਹਾਂ ਜਾਂ ਵੀਕਐਂਡ ਤੇ ਕਿਸੇ ਐਨਜੀਓ ਵਿੱਚ ਆਪਣਾ ਸਮਾਂ ਦਿੰਦੇ ਹਾਂ ਤਾਂ ਅਸਲ ਵਿੱਚ ਆਪਾਂ ਵੰਡ ਛਕੋ ਦੇ ਸਿਧਾਂਤ ਨੂੰ ਹੀ ਆਪਣੇ ਆਧੁਨਿਕ ਜੀਵਨ ਵਿੱਚ ਲਾਗੂ ਕਰ ਰਹੇ ਹੁੰਦੇ ਹਾਂ। ਭਾਗ 5ਵਾਂ, ਸੱਚੀ ਸ਼ਾਂਤੀ ਵੱਲ ਜਾਣ ਵਾਲਾ ਰਸਤਾ। ਤਾਂ ਫਿਰ ਇਸ ਵਿਸ਼ਲੇਸ਼ਣ ਦਾ ਨਿਚੋੜ ਕੀ ਹੈ? ਇਹ ਸਿਰਫ ਮਰਨ ਤੋਂ ਬਾਅਦ ਦੀ ਕਹਾਣੀ ਨਹੀਂ, ਸਗੋਂ ਅੱਜ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਇੱਕ ਗਾਈਡ ਹੈ। 3 ਸਿੱਧੀਆਂ ਗੱਲਾਂ ਹਨ। ਪਹਿਲੀ, ਇਹ ਸਮਝਣਾ ਪਵੇਗਾ ਕਿ ਸਾਡਾ ਕੱਲ ਦਾ ਰਸਤਾ ਸਾਡੇ ਅੱਜ ਦੇ ਐਕਸ਼ਨਜ਼ ਦੁਆਰਾ ਹੀ ਬਣ ਰਿਹਾ ਹੈ। ਦੂਜੀ, ਦਫ਼ਤਰ ਹੋਵੇ ਜਾਂ ਘਰ, ਹੰਕਾਰ ਅਤੇ ਲਾਲਚ ਹਮੇਸ਼ਾ ਮਾਨਸਿਕ ਟੈਨਸ਼ਨ ਹੀ ਦੇਣਗੇ। ਅਤੇ ਤੀਜੀ ਗੱਲ, ਆਪਣੇ ਰੋਜ਼ਾਨਾ ਕੰਮਕਾਜ ਦੇ ਨਾਲ-ਨਾਲ ਸਮਾਜ ਲਈ, ਲੋੜਵੰਦਾਂ ਲਈ ਕੁਝ ਕਰਨਾ, ਨਿਸ਼ਕਾਮ ਸੇਵਾ ਕਰਨਾ, ਇਹੀ ਸੱਚੀ ਸ਼ਾਂਤੀ ਦੀ ਕੁੰਜੀ ਹੈ। ਇਸ ਵਿਸ਼ਲੇਸ਼ਣ ਦੇ ਅੰਤ ਵਿੱਚ ਆਪਾਂ ਸਾਰਿਆਂ ਨੇ ਆਪਣੇ ਆਪ ਨੂੰ ਇੱਕ ਬਹੁਤ ਹੀ ਜ਼ਰੂਰੀ ਸਵਾਲ ਪੁੱਛਣਾ ਹੈ। ਜਿਹੜੀ ਕਰੀਅਰ ਦੀ ਪੌੜੀ ਆਪਾਂ ਅੱਜ ਬੜੀ ਤੇਜ਼ੀ ਨਾਲ ਚੜ੍ਹ ਰਹੇ ਹਾਂ, ਕੀ ਉਸ ਉੱਤੇ ਲਾਲਚ ਅਤੇ ਸਵਾਰਥ ਦਾ ਬੋਝ ਹੈ, ਜਾਂ ਕਿ ਆਪਾਂ ਉਸ ਨੂੰ ਇਮਾਨਦਾਰੀ, ਹਮਦਰਦੀ ਅਤੇ ਵੰਡ ਕੇ ਛਕਣ ਦੀ ਭਾਵਨਾ ਨਾਲ ਬਣਾ ਰਹੇ ਹਾਂ? ਅਗਲੀ ਵਾਰ ਜਦੋਂ ਕੋਈ ਵੱਡਾ ਫੈਸਲਾ ਲੈਣਾ ਹੋਵੇ, ਦਫ਼ਤਰ ਵਿੱਚ ਜਾਂ ਜ਼ਿੰਦਗੀ ਵਿੱਚ, ਤਾਂ ਇਹ ਜ਼ਰੂਰ ਯਾਦ ਰੱਖਿਓ ਕਿ ਬੈਂਕ ਦਾ ਬੈਲੈਂਸ ਨਹੀਂ, ਸਗੋਂ ਸਾਡੇ ਛੋਟੇ-ਛੋਟੇ ਕਰਮ ਹੀ ਸਾਡੀ ਅਸਲੀ ਕਮਾਈ ਹਨ। ਇਨ੍ਹਾਂ ਡੂੰਘੇ ਵਿਚਾਰਾਂ ਨਾਲ ਇਸ ਵਿਸ਼ਲੇਸ਼ਣ ਨੂੰ ਇੱਥੇ ਹੀ ਖਤਮ ਕਰਦੇ ਹਾਂ। ਸੋਚਦੇ ਰਹੋ ਅਤੇ ਜ਼ਿੰਦਗੀ ਦੇ ਸਹੀ ਮਾਰਗ ਤੇ ਚੱਲਦੇ ਰਹੋ। ਸਤਿ ਸ਼੍ਰੀ ਅਕਾਲ ਜੀ।